ਅੱਜ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਇੰਟਰੋਡਕਸ਼ਨ ਆਫ ਦੀ ਲਾਅ ਆਫ ਟਾਟਸ। ਇੰਟਰੋਡਕਸ਼ਨ ਆਫ ਦੀ ਲਾਅ ਆਫ ਟਾਟਸ ਦੇ ਵਿੱਚ ਅਸੀਂ ਪੜਾਂਗੇ ਕਿ ਟਾਟ ਦਾ ਜੋ ਸ਼ਬਦ ਹੈਗਾ ਏ ਉਹ ਕਿੱਥੋਂ ਆਇਆ ਸੀ, ਇਹਦਾ ਕੀ ਮੀਨਿੰਗ ਆ, ਇਹ ਲਾਅ ਆਫ ਟਾਟ ਕਿਸ ਤਰੀਕੇ ਦੇ ਨਾਲ ਡਿਵੈਲਪ ਹੋਣ ਡਿਆ ਏ ਤੇ ਕਿਸ ਤਰੀਕੇ ਨਾਲ ਡਿਵੈਲਪ ਹੋਇਆ ਸੀ। ਲਾਅ ਆਫ ਟਾਟ ਨੂੰ ਜਾਂ ਟਾਟ ਦੇ ਸ਼ਬਦ ਨੂੰ ਕਿੱਦਾਂ ਡਿਫਾਈਨ ਕਰਨ ਦੀ ਕੋਸ਼ਿਸ਼ ਕੀਤੀ ਗਈ ਏ, ਇਹ ਸਾਰੀਆਂ ਚੀਜ਼ਾਂ ਅਸੀਂ ਅੱਜ ਦੇ ਲੈਕਚਰ ਦੇ ਵਿੱਚ ਦੇਖਾਂਗੇ। ਜੋ ਵਰਡ ਟੌਟ ਹੈਗਾ ਏ ਉਹ ਇੱਕ ਲੈਟਿਨ ਟਰਮ ਹੈਗੀ ਸੀ ਟੋਟਮ, ਉੱਥੋਂ ਡਿਰਾਈਵ ਕੀਤਾ ਗਿਆ ਏ, ਜਿਹਦਾ ਮਤਲਬ ਕੀ ਆ ਟੂ ਟਵਿਸਟ। that means to say that the term tort includes that conduct of the wrongdoer, ਉਸ ਕੰਡਕਟ ਨੂੰ ਅਸੀਂ ਪੜਾਂਗੇ ਜੋ ਕਿ ਲawful ਨਹੀਂ ਹੈਗਾ, ਜੋ ਕਿ ਸਿੱਧਾ ਨਹੀਂ ਹੈਗਾ, ਬਟ ਔਨ ਦੀ ਅਦਰ ਹੈਂਡ ਕੰਡਕਟ ਆਫ ਦੀ ਰੋਂਗ ਡੂਅਰ ਕੀ ਹੈਗਾ ਏ, ਟਵਿਸਟਡ ਹੈਗਾ ਏ, ਅਨਲawful ਹੈਗਾ ਏ। ਫੋਰ ਐਗਜ਼ਾਮਪਲ ਦੇ ਤੌਰ ਦੇ ਉੱਤੇ ਅਗਰ ਮੈਂ ਤੁਹਾਨੂੰ ਗਾਲਾਂ ਕੱਢਦਾ ਵਾਂ ਜਾਂ ਤੁਸੀਂ ਕਿਸੇ ਨੂੰ ਗਾਲਾਂ ਕੱਢਦੇ ਹੋ, ਉਸ ਟਾਈਮ ਦੇ ਉੱਤੇ ਯੂ ਵਿਲ ਬਿਕਮ ਦੀ ਰੋਂਗ ਡੂਅਰ ਔਰ ਆਈ ਵਿਲ ਬਿਕਮ ਦੀ ਰੋਂਗ ਡੂਅਰ, ਤੇ ਉਸ ਟਾਈਮ ਦੇ ਉੱਤੇ ਜੋ ਮੇਰਾ ਕੰਡਕਟ ਹੈਗਾ ਏ ਉਹ ਲawful ਕੰਡਕਟ ਜਾਂ ਸਟ੍ਰੇਟ ਕੰਡਕਟ ਨਹੀਂ ਮੰਨਿਆ ਜਾਏਗਾ। ਉਸ ਟਾਈਮ ਦੇ ਉੱਤੇ ਮੇਰਾ ਕੰਡਕਟ ਜਾਂ ਤੁਹਾਡਾ ਕੰਡਕਟ ਕੀ ਮੰਨਿਆ ਜਾਏਗਾ, ਟਵਿਸਟਡ ਕੰਡਕਟ ਜਾਂ ਅਨਲawful ਕੰਡਕਟ ਮੰਨਿਆ ਜਾਏਗਾ। ਜੋ ਟੌਟ ਸ਼ਬਦ ਇੰਗਲਿਸ਼ ਟਰਮ ਰੋਂਗ ਦੇ ਬਰਾਬਰ ਹੈਗਾ ਏ, ਇੰਗਲੈਂਡ ਦੇ ਵਿੱਚ ਟੌਟ ਨੂੰ ਰੋਂਗ ਕਹਿੰਦੇ ਆ। ਲਾਅ ਆਫ ਟੌਟਸ ਦੇ ਵਿੱਚ ਇਸ ਤਰੀਕੇ ਦੇ ਸਿਸਟਮ ਨੂੰ ਅਸੀਂ ਪੜਾਂਗੇ ਜਿਹਦੇ ਵਿੱਚ ਇੱਕ ਪਰਸਨ ਨੂੰ ਇਨੇਬਲ ਕੀਤਾ ਗਿਆ ਏ ਕਿ ਉਹ ਡੈਮੇਜਸ ਦੇ ਲਈ ਕਲੇਮ ਕਰ ਸਕਦਾ ਹੈ ਬਾਈ ਫਾਈਲਿੰਗ ਅ ਸਿਵਲ ਸੂਟ। ਅਗਰ ਉਹਨੂੰ ਕੋਈ ਨੁਕਸਾਨ, ਅਗਰ ਕੋਈ ਉਹਨੂੰ ਇੰਜਰੀ ਆ ਜੋ ਕਿ ਲੀਗਲ ਇੰਜਰੀ ਹੈਗੀ ਆ ਡਿਊ ਟੂ ਦੀ ਐਕਟਸ ਆਫ ਅਨਦਰ ਪਰਸਨ। ਸੋ ਆਈ ਵਾਂਟ ਟੂ ਰਿਪੀਟ, ਜੋ ਟੌਟ ਸ਼ਬਦ ਹੈਗਾ ਏ ਇਹ ਲੈਟਿਨ ਟਰਮ ਟੋਟਮ ਤੋਂ ਡਿਰਾਈਵ ਕੀਤਾ ਏ, ਜਿਹਦਾ ਮਤਲਬ ਕੀ ਹੈਗਾ ਟੂ ਟਵਿਸਟ। that means to say that the term tort includes that conduct of the wrongdoer। ਟਰਮ ਟੌਟ ਦੇ ਵਿੱਚ ਉਹ ਕੰਡਕਟ ਰੋਂਗਡੂਅਰ ਦਾ ਆਏਗਾ ਜੋ ਕਿ ਲawful ਨਹੀਂ ਹੈਗਾ, ਜੋ ਕਿ ਸਟ੍ਰੇਟ ਨਹੀਂ ਹੈਗਾ, ਬਟ ਔਨ ਦੀ ਅਦਰ ਹੈਂਡ ਕੰਡਕਟ ਆਫ ਦੀ ਰੋਂਗਡੂਅਰ ਕੀ ਹੈਗਾ ਏ, ਟਵਿਸਟਡ ਹੈਗਾ ਏ, ਅਨਲawful ਹੈਗਾ ਏ। ਜੋ ਵਰਡ ਟੌਟ ਹੈਗਾ ਏ ਉਹ ਇੰਗਲਿਸ਼ ਟਰਮ ਰੋਂਗ ਦੇ ਬਰਾਬਰ ਹੈਗਾ ਏ। ਕਹਿਣ ਦਾ ਭਾਵ ਕਿ ਇੰਗਲੈਂਡ ਦੇ ਵਿੱਚ ਰੋਂਗਫੁਲ ਐਕਟ ਆਫ ਦੀ ਰੋਂਗਡੂਅਰ ਨੂੰ ਰੋਂਗ ਕਿਹਾ ਜਾਂਦਾ ਏ। ਤੇ ਲਾਅ ਆਫ ਟੌਰਟਸ ਇੱਕ ਅਜਿਹਾ ਸਿਸਟਮ ਆਫ ਲਾਅ ਹੈਗਾ ਏ ਜੋ ਕਿ ਇਨੇਬਲ ਕਰਦਾ ਇੱਕ ਵਿਅਕਤੀ ਨੂੰ ਟੂ ਕਲੇਮ ਫॉर ਡੈਮੇਜਸ। ਡੈਮੇਜਸ ਕਲੇਮ ਕਰਦਾ ਏ ਬਾਈ ਫਾਈਲਿੰਗ ਅ ਸਿਵਲ ਸੂਟ, ਅਗਰ ਉਸ ਨੂੰ ਕੋਈ ਲੀਗਲ ਹਾਰਮ ਜਾਂ ਲੀਗਲ ਇੰਜਰੀ ਹੋਈ ਹੈ ਡਿਊ ਟੂ ਦੀ ਐਕਟ ਆਫ ਅਨਦਰ ਪਰਸਨ। ਠੀਕ ਹੈ ਜੀ। ਹੁਣ ਅਗਰ ਲਾਅ ਆਫ ਟੌਰਟਸ ਦੀ ਗੱਲ ਕਰੀਏ, ਲਾਅ ਆਫ ਟੌਰਟਸ ਦੇ ਲਈ ਕਿਹੜਾ ਐਕਟ ਹੈਗਾ ਏ, ਅਗਰ ਮੈਂ ਤੁਹਾਨੂੰ ਇੰਡੀਅਨ ਕੰਟਰੈਕਟ ਐਕਟ 1872 ਪੜ੍ਹਾਉਣ ਡਿਆ ਵਾਂ, ਡੈਟ ਇਜ਼ ਅ ਕੋਡੀਫਾਈਡ ਲਾਅ। ਉਹਨੂੰ ਬਕਾਇਦਾ ਲੈਜਿਸਲੇਚਰ ਨੇ ਪਾਸ ਕੀਤਾ ਏ, ਉਹਦੇ ਬਕਾਇਦਾ ਸੈਕਸ਼ਨਸ ਹੈਗੇ ਨੇ। ਅਗਰ ਤੁਹਾਨੂੰ ਕੋਈ ਡੈਫੀਨੇਸ਼ਨ ਚਾਹੀਦੀ ਏ ਤੁਸੀਂ ਡੈਫੀਨੇਸ਼ਨ ਪਾਰਟ ਦੇ ਵਿੱਚ ਜਾ ਸਕਦੇ ਹੋ। ਅਗਰ ਤੁਸੀਂ ਕਿਸੇ ਵਿਅਕਤੀ ਦੇ ਪਾਰਟਿਕੂਲਰ ਰਾਈਟ ਨੂੰ ਦੇਖਣਾ ਚਾਹੁੰਦੇ ਹੋ ਤੁਸੀਂ ਉਸ ਪਾਰਟਿਕੂਲਰ ਸੈਕਸ਼ਨ ਦੇ ਵਿੱਚ ਜਾ ਕੇ ਉਹਦੇ ਰਾਈਟ ਦੇਖ ਸਕਦੇ ਹੋ। ਜਦਕਿ ਲਾਅ ਆਫ ਟੌਰਟਸ ਇੱਕ ਅਨਕੋਡੀਫਾਈਡ ਲਾਅ ਹੈਗਾ ਏ ਜਿਹਨੂੰ ਲੈਜਿਸਲੇਚਰ ਦੇ ਦੁਆਰਾ ਪਾਸ ਨਹੀਂ ਕੀਤਾ ਗਿਆ। तो की क्या गया है जी, the essential nature of the law of torts is that it is not codified like statute laws। ਇਹ ਸਟੈਚੂ ਲਾਅ ਦੀ ਤਰ੍ਹਾਂ ਕੋਡੀਫਾਈਡ ਨਹੀਂ ਹੈਗਾ। ਹੁਣ ਕੁਐਸਚਨ ਇਹ ਅਰਾਈਜ਼ ਹੁੰਦਾ ਹੈ, ਜੇ ਕੋਡੀਫਾਈਡ ਨਹੀਂ ਹੈਗਾ, ਜੇ ਲੈਜਿਸਲੇਚਰ ਨੇ ਟੌਟ ਦੇ ਲਈ ਕੋਈ ਕਾਨੂੰਨ ਬਣਾਇਆ ਹੀ ਨਹੀਂ ਤੇ ਅਸੀਂ ਲਾਅ ਆਫ ਟੌਰਟਸ ਨੂੰ ਪੜ੍ਹਦੇ ਕਿਉਂ ਪਏ ਆ। ਲਾਅ ਆਫ ਟੌਰਟਸ ਜੋ ਇੰਡੀਆ ਦੇ ਵਿੱਚ ਸਾਡਾ ਚੱਲਦਾ ਪਿਆ ਏ ਉਹ ਇੰਗਲਿਸ਼ ਕਾਮਨ ਲਾਅ ਤੋਂ ਡਿਰਾਈਵ ਕੀਤਾ ਗਿਆ ਏ।
ਹੁਣ ਕੁਐਸਚਨ ਆਂਦਾ ਹੈ ਕਿ ਇੰਗਲਿਸ਼ ਕਾਮਨ ਲਾਅ ਕੀ ਹੈਗਾ ਏ? ਇੰਗਲਿਸ਼ ਕਾਮਨ ਲਾਅ ਇੱਕ ਉਸ ਲਾਅ ਦੀ ਬ੍ਰਾਂਚ ਨੂੰ ਕਿਹਾ ਜਾਂਦਾ ਏ ਜੋ ਕਿ ਜੁਡੀਸ਼ੀਅਲ ਡਿਸੀਜਨ ਦੇ ਫਲ ਸਵਰੂਪ ਆਈ ਹੈ। ਕਹਿਣ ਦਾ ਮਤਲਬ ਇਹ ਆ, ਇੱਕ ਲੀਗਲ ਮੈਕਸਿਮ ਹੈਗਾ ਏ, ubi jus ibi remedium, where there is a right there is a remedy। ਜਿੱਥੇ ਤੁਹਾਡਾ ਕੋਈ ਰਾਈਟ ਆ ਤੇ ਤੁਹਾਡੇ ਰਾਈਟ ਨੂੰ ਕੋਈ ਇਨਸਾਨ ਤੋੜਦਾ ਪਿਆ ਏ, ਯੂ ਮਸਟ ਹੈਵ ਦੀ ਰੈਮੇਡੀ। ਉਹਦੇ ਲਈ ਇੰਗਲੈਂਡ ਦੇ ਵਿੱਚ ਜੋ ਜੁਡੀਸ਼ੀਅਲ ਡਿਸੀਜਨ ਆਏ ਆ, ਉਹਨਾਂ ਨੇ ਇਹ ਗੱਲ ਕਹੀ ਕਿ ਅਗਰ ਕਿਸੇ ਵਿਅਕਤੀ ਦੇ ਨਾਲ ਕੋਈ ਧੱਕਾ ਹੁੰਦਾ ਏ, ਅਗਰ ਕਿਸੇ ਵਿਅਕਤੀ ਦੇ ਲੀਗਲ ਰਾਈਟ ਨੂੰ ਤੋੜਿਆ ਜਾਂਦਾ ਏ, ਅਸੀਂ ਵੇਟ ਨਹੀਂ ਕਰਾਂਗੇ ਕਿ ਉਹਦੇ ਲਈ ਲਾਅ ਬਣੇ, ਅਸੀਂ ਉਹਨੂੰ ਰਿਲੀਫ ਦਵਾਂਗੇ, ਅਸੀਂ ਇਹਨੂੰ ਰਿਲੀਫ ਦੇਣ ਦੇ ਲਈ ਬੈਠੇ ਹਾਂ। ਇਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਕਿ ਜੋ ਇੰਗਲਿਸ਼ ਲਾਅ ਦੇ ਰੂਲਸ ਆ ਇਨ ਰਿਲੇਸ਼ਨ ਟੂ ਦੀ ਲਾਅ ਆਫ ਟਾਰਟਸ, ਉਹ ਇੰਡੀਅਨ ਸੁਸਾਇਟੀ ਤੇ ਇੰਡੀਅਨ ਸਰਕਮਸਟੈਂਸਿਸ ਨੂੰ ਕੰਸੀਡਰ ਕਰਦੇ ਹੋਏ ਇੰਡੀਅਨ ਲੋਕਾਂ ਦੇ ਉੱਤੇ ਵੀ ਅਪਲਾਈ ਹੋਣਗੇ। ਮੈਂ ਇਸ ਗੱਲ ਨੂੰ ਰਿਪੀਟ ਕਰ ਦਿੰਦਾ ਕਿ ਸਭ ਤੋਂ ਪਹਿਲਾਂ essential nature of the law of torts ਕੀ ਹੈਗੀ ਹੈ, that it is not codified like statutory laws। ਜੋ law of torts ਇੰਡੀਆ ਦੇ ਵਿੱਚ ਹੈਗਾ ਏ, this law of torts in India is based on English common law। तो जो English common law हैगा ਏ, ਉਹ judicial decision ਤੋਂ ਬਣ ਕੇ ਤਿਆਰ ਹੋਇਆ ਏ। It is the product of judicial decisions। ਇਸ ਲਈ ਜੋ rules of English law ਹੈਗੇ ਨੇ, that are to be applied in India so far as they are applicable to the Indian society and Indian circumstances। ठीक है जी। अगर इंडिया ਦੇ ਵਿੱਚ law of torts ਦੇ ਰਿਗਾਰਡਿੰਗਲੀ ਗੱਲ ਕਰੀਏ, there is very little legislation in the area of tort in India। ਹਾਂ, ਹੁਣ ਥੋੜਾ ਜਿਹਾ tort ਨੂੰ ਵੀ ਲੈਜਿਸਲੇਚਰ ਕੰਸੀਡਰ ਕਰਨਾ ਸ਼ੁਰੂ ਕਰਦਾ ਹੈ। ਇਸੇ ਕਰਕੇ ਮੋਟਰ ਐਕਸੀਡੈਂਟਲ ਐਕਟ ਬਣਿਆ ਹੋਇਆ ਏ, ਕੰਜ਼ਿਊਮਰ ਪ੍ਰੋਟੈਕਸ਼ਨ ਐਕਟ ਬਣਿਆ ਹੋਇਆ ਏ। ਸੋ ਇਹ ਲਾਅ ਆਫ ਟਾਰਟਸ ਦੀਆਂ ਬ੍ਰਾਂਚਿਸ ਦੇ ਵਿੱਚੋਂ ਹੀ ਹੋ ਕੇ ਇਹ ਸਟੈਚੂਟਰੀ ਰੂਪ ਧਾਰਨ ਕਰ ਗਏ ਨੇ। ਬਟ ਅਗਰ ਅਸੀਂ ਲੈਜਿਸਲੇਸ਼ਨ ਦੇ ਰਿਗਾਰਡਿੰਗਲੀ ਗੱਲ ਕਰੀਏ ਤੇ ਲਾਅ ਆਫ ਟਾਰਟ ਦੇ ਉੱਤੇ ਕੰਪਲੀਟ ਲੈਜਿਸਲੇਸ਼ਨ ਪ੍ਰੋਵਾਈਡ ਕਰਨਾ ਹੀ ਬਹੁਤ ਜ਼ਿਆਦਾ ਔਖਾ ਹੈ। what is the basic reason for this? ਰੀਜ਼ਨ ਬੜਾ ਸਿੰਪਲ ਹੈ, ਕਿਉਂਕਿ ਟੋਰਟੀਅਸ ਲਾਇਬਿਲਿਟੀ ਨੰਬਰ ਆਫ ਵੇਸ ਨਾਲ ਅਰਾਈਜ਼ ਹੋ ਸਕਦੀ ਹੈ। ਕਹਿਣ ਦਾ ਮਤਲਬ ਇਹ ਆ ਕਿ ਅਗਰ ਇੱਕ ਪਾਰਟਿਕੂਲਰ ਰੋਂਗ ਜਿਸ ਨੂੰ ਅਜੇ ਤੱਕ ਲਾਅ ਨੇ ਰਿਕੋਗਨੀਸ਼ਨ ਨਹੀਂ ਦਿੱਤੀ, ਅਗਰ ਆਉਣ ਵਾਲੇ ਸਮੇਂ ਦੇ ਵਿੱਚ ਉਹ ਕਿਸੇ ਨਾਲ ਰੋਂਗ ਹੁੰਦਾ ਏ, then he can go to the court and get the remedy। ਕਿਉਂਕਿ ਟੋਰਟੀਅਸ ਲਾਇਬਿਲਿਟੀ ਨੰਬਰ ਆਫ ਵੇਸ ਨਾਲ ਅਰਾਈਜ਼ ਹੋ ਸਕਦੀ ਹੈ। ਐਂਡ ਇਹ ਜੋ ਨੰਬਰ ਇੰਨਾ ਜ਼ਿਆਦਾ ਲਾਰਜ ਹੈਗਾ ਏ that it is almost impossible to specify each and every act on the part of the defendant who may be liable for damages। मैं repeat कर देना कि law of tort ਦੇ ਏਰੀਆ ਦੇ ਵਿੱਚ little legislation ਹੈਗਾ ਏ ਇੰਡੀਆ ਦੇ ਵਿੱਚ। ਤੇ ਕਿਉਂ ਹੈਗਾ ਏ? The reason is simple, because the tortious liability can arise in a number of ways। tortious liability number of ways ਨਾਲ arise ਹੋ ਸਕਦੀ ਹੈ। and the number is so large, ਇਹ ਜੋ number ਹੈਗਾ ਏ ਇਹ ਇੰਨਾ large ਹੈਗਾ ਏ that it is almost impossible to specify each and every act on the part of the defendant who may be made liable for damages। law ਨੇ ਸਾਡੇ ਉੱਤੇ ਇੱਕ ਡਿਊਟੀ ਇੰਪੋਜ਼ ਕੀਤੀ ਆ ਕਿ ਅਸੀਂ ਜੋ ਸੋਸਾਇਟੀ ਦੇ ਮੈਂਬਰਸ ਨੇ ਉਹਨਾਂ ਦੇ ਲੀਗਲ ਰਾਈਟਸ ਦੀ ਰਿਸਪੈਕਟ ਕਰਨੀ ਹੈ। ਅਤੇ ਕੋਈ ਅਗਰ ਵਿਅਕਤੀ ਇਸ ਬੇਸਿਕ ਡਿਊਟੀ ਨੂੰ ਤੋੜਦਾ ਏ, ਇਹਦਾ ਮਤਲਬ ਕੀ ਆ
कि उन्हें wrongful act किता है। I want to repeat, the law imposes a duty on every member of the society to respect the legal rights which are vested in the members of the society. And if the person of the society making a breach of that duty, अगर अपनी उस ड्यूटी ਨੂੰ ਤੋੜਦੇ ਪਏ ਆ, means to say they are not respecting the legal rights which are vested in the members of the society, they are making a breach of that duty, अपनी ਉਹ ਡਿਊਟੀ ਨੂੰ ਤੋੜਦੇ ਪਏ ਨੇ। ਇਹਦਾ ਮਤਲਬ ਜਦੋਂ ਡਿਊਟੀ ਨੂੰ ਤੋੜੂਗਾ, इसका मतलब है कि उसने wrongful act कर दिया। Let us take an example. It is a duty of everyone not to injure the reputation of another person। ये हर एक व्यक्ति ਦੀ ਡਿਊਟੀ ਹੈਗੀ ਆ ਕਿ ਦੂਸਰੇ ਵਿਅਕਤੀ ਦੀ ਰੈਪੂਟੇਸ਼ਨ ਨੂੰ ਇੰਜਰ ਨਹੀਂ ਕਰਨਾ। ਕਹਿਣ ਦਾ ਮਤਲਬ ਇਹ ਆ ਕਿ ਕਿਸੇ ਵਿਅਕਤੀ ਨੂੰ ਗਾਲਾਂ ਨਹੀਂ ਕੱਢਣੀਆਂ, ਕਿਸੇ ਵਿਅਕਤੀ ਦੇ ਬਾਰੇ ਮਾੜਾ ਨਹੀਂ ਬੋਲਣਾ ਅਗਰ ਉਸ ਵਿਅਕਤੀ ਦੇ ਬਾਰੇ ਤੁਹਾਨੂੰ ਪਰਸਨਲ ਜਾਣਕਾਰੀ ਨਹੀਂ ਹੈਗੀ। ਕਹਿਣ ਦਾ ਮਤਲਬ ਝੂਠੀ ਕਿਸੇ ਬੰਦੇ ਦੇ ਬਾਰੇ ਉਹਦੀ ਬਦਖੋਈ ਨਹੀਂ ਕਰਨੀ। ਪਰ ਅਗਰ ਕੋਈ ਵਿਅਕਤੀ ਆਪਣੀ ਇਸ ਬੇਸਿਕ ਡਿਊਟੀ ਨੂੰ ਵਾਇਲੇਟ ਕਰਦਾ ਏ, ਇਹਦਾ ਮਤਲਬ ਕੀ ਆ? ਉਹਨੇ ਟਾਰਟ ਆਫ ਡੈਫਾਮੇਸ਼ਨ ਕੀਤਾ, ਉਹਨੇ ਦੂਸਰੇ ਵਿਅਕਤੀ ਦੀ ਮਾਨਹਾਨੀ ਕੀਤੀ। ਤੇ ਜਿਸ ਵਿਅਕਤੀ ਦੀ ਮਾਨਹਾਨੀ ਕੀਤੀ ਆ, he can file a civil suit against the person who causes the defamation। ਤੇ ਜਿਸ ਵਿਅਕਤੀ ਦੀ ਬੇਇੱਜ਼ਤੀ ਕੀਤੀ ਗਈ ਆ, ਜਿਸ ਵਿਅਕਤੀ ਦੀ ਮਾਨਹਾਨੀ ਕੀਤੀ ਗਈ ਆ, ਉਹ ਡੈਫਾਮੇਸ਼ਨ ਦਾ ਸਿਵਲ ਸੂਟ ਫਾਈਲ ਕਰ ਸਕਦਾ ਹੈ to get the compensation due to the loss of reputation in the eyes of society। So I want to repeat, it is a duty of everyone not to injure the reputation of another person। But if a person violates this duty and injure the reputation of another person, then what will be the result? Then this result in the tort of defamation। ਇਹਦਾ ਮਤਲਬ ਇਹਨਾਂ ਨੇ ਡੈਫਾਮੇਸ਼ਨ ਕੀਤੀ ਆ, ਦੂਸਰੇ ਇਨਸਾਨ ਦੀ ਬੇਇੱਜ਼ਤੀ ਕੀਤੀ ਆ, ਮਾਨਹਾਨੀ ਕੀਤੀ ਆ in the eyes of the society। ਇਸੇ ਤਰੀਕੇ ਦੇ ਨਾਲ ਅਗਰ ਅਸੀਂ ਇੱਕ ਹੋਰ ਡਿਊਟੀ ਹੈਗੀ ਆ, ਕਿਸੇ ਵਿਅਕਤੀ ਦੀ ਪੋਜੈਸ਼ਨ ਦੇ ਵਿੱਚ ਇੰਟਰਫੇਰੈਂਸ ਨਹੀਂ ਕਰਨਾ। ਇਹ ਨਹੀਂ ਕਿ ਮੂੰਹ ਚੱਕਿਆ ਤੇ ਕਿਸੇ ਦੇ ਵੀ ਘਰ ਚਲੇ ਗਏ। ਅਗਰ ਅਸੀਂ ਇਸ ਡਿਊਟੀ ਨੂੰ ਤੋੜਦੇ ਹਾਂ, ਅਗਰ ਇਸ ਡਿਊਟੀ ਦੀ ਅਸੀਂ ਬ੍ਰੀਚ ਕਰਦੇ ਹਾਂ ਤੇ ਕਿਸੇ ਦੂਸਰੇ ਵਿਅਕਤੀ ਦੇ ਘਰ ਦੇ ਵਿੱਚ ਬਿਨਾਂ ਪਰਮਿਸ਼ਨ ਦੀ ਐਂਟਰ ਕਰ ਜਾਂਦੇ ਹਾਂ, ਇਹਦਾ ਮਤਲਬ ਅਸੀਂ ਟਾਰਟ ਆਫ ਟ੍ਰੈਸਪਾਸ ਕੀਤਾ। ਤੇ ਜਿਹਦੇ ਘਰ ਜਾਂ ਜਿਹਦੀ ਬਿਲਡਿੰਗ ਜਾਂ ਜਿਹਦੀ ਲੈਂਡ ਦੇ ਵਿੱਚ ਵਿਦਆਊਟ ਦੀ ਪਰਮਿਸ਼ਨ ਅਸੀਂ ਐਂਟਰ ਕਰ ਜਾਂਦੇ ਹਾਂ, he can claim the damages। ਉਹ damages ਸਾਡੇ ਕੋਲੋਂ claim ਕਰ ਸਕਦਾ ਹੈ by filing the civil suit for trespass to the land। So violation of a duty not to interfere with the possession of another's person land result in the tort of trespass to the land। ਅਸੀਂ ਇਸ law of tort ਦੇ ਵਿੱਚ ਇਹ defamation, ਇਹ trespass ਸਾਰੀਆਂ ਚੀਜ਼ਾਂ ਪੜਾਂਗੇ। ਇਸੇ ਤਰੀਕੇ ਦੇ ਨਾਲ ਇੱਕ ਵਿਅਕਤੀ ਦੀ ਡਿਊਟੀ ਆ ਕਿ ਦੂਸਰੇ ਵਿਅਕਤੀ ਦੇ ਨਾਲ ਧੋਖਾ ਨਹੀਂ ਕਰਨਾ। ਤੇ ਜੇ ਅਸੀਂ ਇਸ ਡਿਊਟੀ ਨੂੰ ਵਾਇਲੇਟ ਕਰਦੇ ਹਾਂ, ਜੇ ਦੂਸਰੇ ਵਿਅਕਤੀ ਨੂੰ ਅਸੀਂ ਇੰਜਰ ਕਰਦੇ ਹਾਂ ਬਾਈ ਮੇਕਿੰਗ ਦੀ ਡਿਫਰॉड ਟੂ ਦੀ ਅਦਰ ਪਰਸਨ, ਇਹਦਾ ਮਤਲਬ ਅਸੀਂ ਟਾਰਟ ਆਫ ਡਿਸੀਟ ਕਮਿਟ ਕੀਤਾ। ਤੇ ਜਿਹੜੇ ਵਿਅਕਤੀ ਦੇ ਨਾਲ ਅਸੀਂ ਟਾਰਟ ਆਫ ਡਿਸੀਟ ਕਮਿਟ ਕਰਾਂਗੇ, he can claim compensation from us। ਉਹ ਸਾਡੇ ਕੋਲ ਕੰਪਨਸੇਸ਼ਨ ਮੰਗ ਸਕਦਾ ਹੈ for the tort of deceit। The violation of a duty not to defraud another result in the tort of deceit। समझ लग रहा है जी? अगर कोई क्वेश्चन हो तो पूछ लो। So this was something about the introduction of tort। ਹੁਣ ਅਸੀਂ ਗੱਲ ਕਰਾਂਗੇ tort ਦੀ definition ਦੇ ਬਾਰੇ। Sorry,
ਟੌਟ ਸ਼ਬਦ ਨੂੰ ਕਿਸ ਤਰੀਕੇ ਨਾਲ ਡਿਫਾਈਨ ਕੀਤਾ ਜਾ ਸਕਦਾ ਹੈ? ਅਗਰ ਅਸੀਂ ਟੌਟ ਦੀ ਡੈਫੀਨੇਸ਼ਨ ਦੀ ਗੱਲ ਕਰੀਏ, ਟੌਟ ਦੀ ਪਰਿਭਾਸ਼ਾ ਦੀ ਗੱਲ ਕਰੀਏ, ਇੱਕ ਸਿੰਗਲ ਡੈਫੀਨੇਸ਼ਨ ਪੋਸੀਬਲ ਨਹੀਂ ਹੈਗੀ ਜੋ ਕਿ ਐਗਜ਼ੈਕਟਲੀ ਡਿਫਾਈਨ ਕਰੇ ਕਿ ਟੌਟ ਹੈ ਕੀ ਹੈ। what is the basic reason for this? ਬੇਸਿਕ ਰੀਜ਼ਨ ਇਹ ਹੈਗਾ ਏ ਕਿ ਲਾਅ ਆਫ ਟੌਟ ਇੱਕ ਗਰੋਇੰਗ ਬ੍ਰਾਂਚ ਆਫ ਲਾਅ ਹੈਗੀ ਆ ਤੇ ਕੰਸਿਸਟੈਂਟਲੀ ਇਹ ਡਿਵੈਲਪ ਹੋਈ ਆ ਤੇ ਕੰਸਿਸਟੈਂਟਲੀ ਇਹ ਡਿਵੈਲਪ ਹੋ ਵੀ ਰਹੀ ਆ। ਸੋ ਇਸ ਨੂੰ ਇੱਕ ਛੋਟੀ ਜਿਹੀ ਡੈਫੀਨੇਸ਼ਨ ਦੇ ਵਿੱਚ ਬੰਨ੍ਹ ਕੇ ਨਹੀਂ ਰੱਖਿਆ ਜਾ ਸਕਦਾ। ਕੀ ਲਿਖਿਆ ਹੈ ਜੀ ਸਲਾਈਡ ਦੇ ਵਿੱਚ, ਇੱਕ ਵਾਰ ਪੜ੍ਹ ਲੈਂਦੇ ਆ। So far the definition of the term tort is concerned, no single definition has been possible which could exactly define what is the meaning of tort. The basic reason of this is that the law of tort is an ever growing branch of law. ਇੱਕ ਇਦਾਂ ਦੀ ਬ੍ਰਾਂਚ ਆ ਜੋ ਕਿ ਹਮੇਸ਼ਾ ਵੱਧਦੀ ਰਹਿੰਦੀ ਹੈ ਤੇ ਅੱਜ ਤੱਕ ਇਹ ਕਨਸਟੈਂਟਲੀ ਡਿਵੈਲਪ ਹੋਈ ਆ ਐਂਡ ਦ ਏਰੀਆ ਕਵਰਡ ਇਨ ਇਟਸ ਐਂਬਿਟ ਇਜ਼ ਕੰਟੀਨਿਊਸਲੀ ਇਨਕਰੀਜ਼ਿੰਗ। ਫॉर ਐਗਜ਼ਾਮਪਲ ਦੇ ਤੌਰ ਦੇ ਉੱਤੇ ਕਿਸੇ ਟਾਈਮ ਦੇ ਉੱਤੇ ਸਾਈਬਰ ਫਰਾਡ ਨਹੀਂ ਸੀ ਮੰਨੇ ਜਾਂਦੇ, ਬਟ ਵਿਦ ਦੀ ਪੈਸੇਜ ਆਫ ਟਾਈਮ ਸਾਈਬਰ ਫਰਾਡ ਮੰਨੇ ਗਏ। ਫੇਸਬੁੱਕ ਦੇ ਉੱਤੇ ਵੀ ਇੱਕ ਇਨਸਾਨ ਦੂਸਰੇ ਇਨਸਾਨ ਨੂੰ ਗਾਲਾਂ ਕੱਢਦਾ ਏ, ਉੱਥੇ ਵੀ ਤਾਂ ਡੈਫਾਮੇਸ਼ਨ ਦਾ ਕੇਸ ਬਣਦਾ ਏ। तो कहने का मतलब ये हैगा है कि जो एरिया लॉ ऑफ टॉट दे विच कवर हो रहा है वो विद द पैसेज ऑफ टाइम वध रहा है। तो जे अगर आप डेफिनेशनां की गल करिए, कुछ डेफिनेशनां मैं 4 डेफिनेशनां पढ़ाऊंगा, उस तो बाद इन्हां डेफिनेशनां तो बाद विच मैं कंक्लूड करूंगा कि डेफिनेशन असी टॉट की की दे सकते हैं। पहले नंबर के उत्ते ਅਸੀਂ ਇੱਕ ਸਟੈਟੂਟਰੀ ਡੈਫੀਨੇਸ਼ਨ ਦੇਖਦੇ ਹਾਂ